ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਹੁਣ ਅਸੀਂ ਆਪਣੇ ਪ੍ਰੋਗਰਾਮ ਨੂੰ ਹੋਰ ਅੱਗੇ ਵਧਾਉਂਦੇ ਹਾਂ। ਸਾਡੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨਾਲ ਸਾਡੀ ਪਹਿਲੀ ਈਮੇਲ ਆਈ ਹੈ ਵੀਰ ਅਮਰੀਕ ਸਿੰਘ ਖਾਲਸਾ ਜੀ ਦੀ। ਇਹ ਲਿਖਦੇ ਹਨ, ਸੰਤ ਜਰਨੈਲ ਸਿੰਘ ਜੀ, ਤੁਹਾਡੀ ਸੋਚ ਤੇ ਪੈਰਾ ਦਿਆਂਗੇ ਠੋਕ ਕੇ, ਪਿੰਡਰਾਂ ਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ। ਇਹ ਦੋ ਨਾਰੇ ਅਜਿਹੇ ਹਨ ਜਿਹੜੇ ਲਗਭਗ ਗੱਦਾਰ ਟੋਲੇ ਨੂੰ ਛੱਡ ਕੇ ਬਾਕੀ ਸਾਰੇ ਸਿੱਖਾਂ ਦੀ ਜ਼ੁਬਾਨ ਤੇ ਚੜੇ ਹੋਏ ਹਨ, ਚਾਹੇ ਉਹ ਮਿਸ਼ਨਰੀ, ਟਕਸਾਲੀ, ਬੁੱਢਾ ਦਲ, ਤਰਨਾ ਦਲ, ਸੰਤ ਸਮਾਜ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਪੰਜ ਪ੍ਰਧਾਨੀ, ਸਿੱਖ ਫੈਡਰੇਸ਼ਨ ਆਦਿਕ ਕਿਸੇ ਵੀ ਧਾਰਮਿਕ ਜਾਂ ਰਾਜਨੀਤਿਕ ਦਲ ਨਾਲ ਜੁੜਿਆ ਹੋਵੇ ਜਾਂ ਜਥੇਬੰਦੀਆਂ ਤੋਂ ਰਹਿਤ ਹੋਵੇ। ਪਰ ਮਾਫ ਕਰਨਾ, ਗੱਲ ਬਹੁਤਿਆਂ ਨੂੰ ਚੁਭੇਗੀ ਜ਼ਰੂਰ। ਨਾ ਤਾਂ ਅਸੀਂ ਅੱਜ ਤੱਕ ਸੰਤਾਂ ਦੀ ਸੋਚ ਨੂੰ ਸਮਝ ਸਕੇ ਤੇ ਨਾ ਹੀ ਅਸੀਂ ਉਹਨਾਂ ਦੇ ਜਗਾਏ ਹੋਏ ਹੁਣ ਤੱਕ ਜਾਗਦੇ ਰਹੇ। ਗੱਲਾਂ ਕਰਨ ਤੇ ਸੋਚ ਤੇ ਅਮਲ ਕਰਨ ਵਿੱਚ ਬਹੁਤ ਫਰਕ ਹੁੰਦਾ ਹੈ। ਇਹੀ ਕਾਰਨ ਹੈ ਅਸੀਂ ਹੁਣ ਤੱਕ ਅਸਫਲ ਰਹੇ ਹਾਂ। ਜਿਸ ਸਹਿਜ ਸ਼ਾਂਤ ਸੁਭਾਅ ਨਾਲ ਸੰਤ ਜੀ ਕੌਮ ਵਿੱਚ ਵਿਚਰੇ, ਉਸ ਦਾ 1% ਹਿੱਸਾ ਵੀ ਅੱਜ ਕੱਲ੍ਹ ਦੇ ਆਗੂਆਂ ਵਿੱਚ ਹੈ ਨਹੀਂ। ਕੁਝ ਵੀਰ ਕਹਿਣਗੇ ਇਹ ਕਿਵੇਂ? ਵੀਰੋ, ਆਪਾਂ ਸਭ ਜਾਣਦੇ ਕਿ ਧਰਮ ਯੁੱਧ ਮੋਰਚੇ ਦੇ ਦੌਰਾਨ ਅਕਾਲੀਆਂ ਨੇ ਹੀ ਸੰਤਾਂ ਤੇ ਇਲਜ਼ਾਮ ਲਗਾਏ ਕਿ ਇਹ ਕਾਂਗਰਸੀ ਹੈ, ਗੌਰਮੈਂਟ ਦਾ ਏਜੰਟ ਹੈ, ਵੱਖਵਾਦੀ ਹੈ, ਹਿੰਦੂ ਸਿੱਖ ਏਕਤਾ ਦਾ ਵੈਰੀ ਹੈ, ਅਨਪੜ੍ਹ ਹੈ। ਪਰ ਜਵਾਬ ਵਿੱਚ ਸੰਤਾਂ ਨੇ ਕਿਸੇ ਅਕਾਲੀ ਆਗੂ ਨੂੰ ਕਿਸੇ ਸਟੇਜ ਤੋਂ ਨਾ ਕੋਈ ਕੋੜਾ ਬਚਨ ਬੋਲਿਆ, ਨਾ ਹੀ ਆਪਣੇ ਵੱਲੋਂ ਗ੍ਰਿਫਤਾਰੀ ਵਾਸਤੇ ਮੋਰਚੇ ਵਿੱਚ ਸਿੰਘਾਂ ਨੂੰ ਭੇਜਣਾ ਬੰਦ ਕੀਤਾ। ਇਹ ਨਹੀਂ ਕਿ ਸੰਤ ਇਹਨਾਂ ਦੀਆਂ ਚਾਲਾਂ ਤੋਂ ਅਣਜਾਣ ਸਨ, ਉਹ ਸਭ ਜਾਣਦੇ ਹੋਏ ਵੀ ਚੁੱਪ ਸਨ, ਕਿਉਂਕਿ ਉਹ ਕੌਮ ਨੂੰ ਇਕਮੁੱਠ ਰੱਖਣਾ ਚਾਹੁੰਦੇ ਸਨ। ਇਹ ਉਹਨਾਂ ਦੀ ਸਹਿਜ ਬਿਰਤੀ ਹੀ ਸੀ। ਜਿਸ ਦਿਨ ਸੁਰਿੰਦਰ ਸਿੰਘ ਸੋਢੀ ਸਾਜ਼ਿਸ਼ ਅਧੀਨ ਮਾਰਿਆ ਗਿਆ, ਉਸ ਦਿਨ ਸੰਤਾਂ ਦਾ ਗੁੱਸਾ ਸਿਖਰ ਤੇ ਸੀ, ਕਿਉਂਕਿ ਭਾਈ ਸੋਢੀ ਸੰਤਾਂ ਦੀ ਸੱਜੀ ਬਾਂਹ ਸੀ ਅਤੇ ਪਤਾ ਲੱਗ ਗਿਆ ਸੀ ਕਿ ਇਹ ਸਭ ਕਿਸੇ ਗੈਰ ਨੇ ਨਹੀਂ, ਆਪਣੇ ਨੇ ਹੀ ਕੀਤਾ ਹੈ। ਪਰ ਉਸ ਦਿਨ ਵੀ ਸੰਤਾਂ ਦੀ ਤਕਰੀਰ ਸੀ ਕਿ ਸਾਡਾ ਸ਼ੇਰ ਵਰਗਾ ਸੋਢੀ ਮਾਰ ਦਿੱਤਾ ਤੇ ਵੱਡੀ ਵੀ ਮੇਰੀ ਸੱਜੀ ਬਾਂਹ। ਮੈਂ 5 ਕਤਲ ਹੋਰ ਬਰਦਾਸ਼ਤ ਕਰਾਂਗਾ, 5 ਤੱਕ ਸ਼ਾਂਤੀ ਰੱਖਾਂਗਾ ਤੇ 5 ਤੋਂ ਬਾਅਦ ਵੀ ਇਹ ਨਹੀਂ ਕਿ ਅਲੱਗ ਹੋ ਜਾਵਾਂਗਾ। ਪਰ ਮੈਨੂੰ ਸੋਚਣਾ ਜ਼ਰੂਰ ਪਵੇਗਾ ਕਿ ਹਾਲੇ ਸਿੰਘ ਹੋਰ ਮਰਾਉਣੇ ਆ ਕਿ ਰੋਕਥਾਮ ਦਾ ਵੀ ਕੋਈ ਯਤਨ ਕਰਨਾ। ਇੰਨਾ ਵੱਡਾ ਸਹਿਜ ਸੁਭਾਅ ਸੀ ਸੰਤਾਂ ਦਾ। ਅੱਜ ਦੇਖ ਲਓ, ਸਮੁੱਚੀ ਕੌਮ ਤਾਂ ਇਕਜੁੱਟ ਹੀ ਹੋਣੀ, ਸਾਡੀਆਂ ਤਾਂ ਖਾਲਿਸਤਾਨੀ ਧਿਰਾਂ ਹੀ ਇਕਜੁੱਟ ਨਹੀਂ। ਗੱਲ ਤਾਂ ਇਹ ਸੰਤਾਂ ਦੀ ਕਰਦੇ ਹਨ, ਪਰ ਅਸਲ ਵਿੱਚ ਝੰਡਾ ਅਤੇ ਏਜੰਡਾ ਆਪੋ ਆਪਣੀ ਜਥੇਬੰਦੀ ਦਾ ਚੁੱਕੀ ਫਿਰਦੇ ਹਨ। ਦਸਮ ਦੀ ਬਾਣੀ, ਰਹਿਤ ਮਰਿਆਦਾ, ਰਾਗਮਾਲਾ ਦੀਆਂ ਅਜੋਕੇ ਸਮੇਂ ਦੀਆਂ ਸਭ ਮੁਸ਼ਕਲਾਂ ਉਦੋਂ ਵੀ ਸਨ, ਪਰ ਸੰਤਾਂ ਨੂੰ ਪਤਾ ਸੀ ਕਿ ਇਹ ਗੱਲਾਂ ਪੰਥ ਵਿੱਚ ਭਰਾ ਮਾਰੂ ਜੰਗ ਨੂੰ ਜਨਮ ਦੇਣਗੀਆਂ। ਇਸ ਲਈ ਉਹਨਾਂ ਨੇ ਇਹਨਾਂ ਗੱਲਾਂ ਨੂੰ ਪਾਸੇ ਰੱਖ ਕੇ ਆਪਣਾ ਨਿਸ਼ਾਨਾ ਕੌਮ ਦੀ ਆਜ਼ਾਦੀ ਤੇ ਪੰਥ ਨੂੰ ਇਕਜੁੱਟ ਕਰਨਾ ਮਿੱਥਿਆ ਹੋਇਆ ਸੀ। ਕਾਸ਼ ਕਿਤੇ ਅਜੋਕੇ ਲੀਡਰਾਂ ਨੂੰ ਇਹ ਵੀ ਗੱਲ ਸਮਝ ਆਵੇ ਤੇ ਇਕਜੁੱਟ ਹੋ ਕੇ ਪੰਥ ਦੀ ਚੜ੍ਹਦੀ ਕਲਾ ਤੇ ਆਜ਼ਾਦੀ ਲਈ ਤੁਰਨਾ ਸ਼ੁਰੂ ਕਰਨ ਤੇ ਸਿੱਧੇ ਜਾਂ ਅਸਿੱਧੇ ਤੌਰ ਤੇ ਕੀਤੀ ਜਾਂਦੀ ਆਪਸੀ ਦੂਸ਼ਣਬਾਜ਼ੀ ਤੋਂ ਗੁਰੇਜ਼ ਕਰਨ। ਜੀ ਡਾਕਟਰ ਸਾਹਿਬ। ਵੀਰ ਅਮਰੀਕ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਬੜੇ ਚੰਗੇ ਵਿਸ਼ੇ ਨੂੰ ਛੋਇਆ ਜੀ, ਔਰ ਸੰਤ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਪੰਥ ਨੇ 20ਵੀਂ ਸਦੀ ਦੇ ਮਹਾਨ ਸਿੱਖ ਦਾ ਖਿਤਾਬ ਦਿੱਤਾ ਹੈ, ਉਹਨਾਂ ਤੋਂ ਹੀ ਗੱਲ ਸ਼ੁਰੂ ਕੀਤੀ ਹੈ। ਔਰ ਇਨਫੈਕਟ ਸਾਡੇ ਗ੍ਰਹਿ ਇੱਕ ਵੱਡੀ ਫੋਟੋ ਜਿਹੜੀ ਮੌਂਟਰੀਆਲ ਵੱਲੋਂ ਤੋਹਫਾ ਸੀ ਉੱਥੋਂ ਦੀਆਂ ਸਿੱਖ ਸੰਗਤਾਂ ਵੱਲੋਂ, ਜਿਹਦੇ 'ਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਸਰਦਾਰ ਕਪੂਰ ਸਿੰਘ ਉਹ ਬੈਠੇ ਨੇ, ਗੁਫ਼ਤਗੂ ਕਰ ਰਹੇ ਨੇ, ਉਹ ਲੱਗੀ ਹੋਈ ਹੈ ਜੀ। ਤੇ ਪਿਛਲੇ ਦਿਨਾਂ 'ਚ ਭਾਰਤ ਤੋਂ ਇੱਕ ਬੜੇ ਉੱਘੇ ਸਿੱਖ ਪ੍ਰਚਾਰਕ ਉਹ ਸਾਡੇ ਆਏ ਨਿਵਾਸ, ਤੇ ਉਹਦੇ ਉੱਤੇ ਲਿਖਿਆ ਹੋਇਆ ਹੈ ਸਰ ਕਪੂਰ ਸਿੰਘ ਹੋਰਾਂ ਦੀ ਫੋਟੋ ਦੇ ਉੱਤੇ 20ਵੀਂ ਸਦੀ ਦਾ ਮਹਾਨ ਸਿੱਖ ਫਿਲਾਸਫਰ ਜੀ, ਤੇ ਸੰਤ ਪਿੰਡਰਾਂ ਵਾਲਿਆਂ ਦੇ ਉੱਤੇ ਲਿਖਿਆ ਹੋਇਆ 20ਵੀਂ ਸਦੀ ਦਾ ਮਹਾਨ ਸਿੱਖ ਜੀ। ਤੇ ਉਹ ਮੈਨੂੰ ਕਹਿਣ ਲੱਗੇ ਕਿ ਵੀ ਇੱਥੇ ਚਾਹੀਦਾ ਸੀ 20ਵੀਂ ਸਦੀ ਦਾ ਮਹਾਨ ਸਿੱਖ ਸੂਰਮਾ ਜੀ। ਮੈਂ ਉਹਨਾਂ ਨੂੰ ਕਿਹਾ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਉਹ ਮਹਾਨ ਸੂਰਮੇ ਸੀ, ਪਰ ਇਹ ਜਦੋਂ ਅਸੀਂ ਮਹਾਨ ਸਿੱਖ ਕਹਿੰਦੇ ਹਾਂ, ਇਹ ਸਿਰਫ ਕਿਸੇ ਨੂੰ ਜ਼ਬਾਨੀ ਔਨਰ ਕਰਨ ਲਈ ਨਹੀਂ ਹੈ। ਇਹ ਪਹਿਲੀ ਵਾਰ ਸੀ ਕਿ ਜਿਵੇਂ ਦੁਨੀਆ ਦੇ ਵਿੱਚ ਕੋਈ ਵੀ ਚੁਣਿਆ ਜਾਂਦਾ ਹੈ ਮੈਨ ਆਫ ਦਾ ਸੈਂਚੁਰੀ ਔਰ ਮੈਨ ਆਫ ਦਾ ਮਿਲੇਨੀਅਮ, ਇਸ ਤਰ੍ਹਾਂ ਦੁਨੀਆ ਭਰ 'ਚ ਬੈਠੀਆਂ ਸਿੱਖ ਸੰਗਤਾਂ ਨੇ, ਸਿੱਖ ਜਥੇਬੰਦੀਆਂ ਨੇ ਪੂਰਾ ਇੱਕ ਵੋਟਿੰਗ ਪੈਟਰਨ ਦੇ ਨਾਲ ਸੰਤਾਂ ਨੂੰ ਮਹਾਨ ਸਿੱਖ, ਜਿਵੇਂ ਗ੍ਰੇਟ ਸਿੱਖ ਆਫ 20th ਸੈਂਚੁਰੀ। ਸੋ ਮੈਂ ਕਿਹਾ ਵੀ ਇਸ ਲਈ ਉਹਦੇ ਲਈ ਅਸੀਂ ਜੇ ਸੂਰਮਾ ਜਾਂ ਸੰਤ ਸ਼ਬਦ ਤਾਂ ਲੱਗਾ ਹੀ ਹੋਇਆ, ਪਰ ਇਹ ਟਾਈਟਲ ਜਿਹੜਾ ਉਹਨਾਂ ਦੇ ਲਈ ਮਹਾਨ ਸਿੱਖ ਦਾ ਹੈ ਕਿ 20ਵੀਂ ਸਦੀ ਦੇ ਮਹਾਨ ਸਿੱਖ।
ਸੋ ਮੈਂ ਸਮਝਦਾ ਵੀ ਜਦੋਂ ਅਸੀਂ ਕਿਸੇ ਨੂੰ ਔਰ ਜਦੋਂ ਜਿਹੜਾ ਸਾਡਾ ਸੰਘਰਸ਼ ਹੈ 20ਵੀਂ ਸਦੀ ਤੋਂ 21ਵੀਂ ਸਦੀ 'ਚ ਆਇਆ ਹੈ, ਸੋ ਬਹੁਤ ਸਾਰੀਆਂ ਚੀਜ਼ਾਂ ਉਹਨਾਂ ਦੇ ਵਿੱਚ ਉਹਨਾਂ ਦੀ ਸ਼ਖਸੀਅਤ 'ਚ ਇੱਕ ਰੋਲ ਮਾਡਲ ਦੇ ਤੌਰ 'ਤੇ ਅਸੀਂ ਦੇਖ ਕੇ ਅਸੀਂ ਆਪਣੀ ਦਿਸ਼ਾ, ਆਪਣਾ ਆਚਰਣ, ਜਥੇਬੰਦੀਆਂ ਦਾ ਆਪਸ ਦੇ ਵਿੱਚ ਕੀ ਵਰਤਾਰਾ ਹੈ ਜੀ, ਉਸ ਨੂੰ ਸੇਧਤ ਕਰ ਸਕਦੇ ਹਾਂ। ਉਹਨਾਂ ਨੇ ਉਹਨਾਂ ਦੋ ਨਾਅਰਿਆਂ ਦਾ ਜ਼ਿਕਰ ਕੀਤਾ ਹੈ ਜਿਹੜੇ ਅੱਜ ਵੀ ਜਦੋਂ ਇਹ ਨਾਅਰੇ ਵੱਜਦੇ ਨੇ, ਭਾਵੇਂ ਪ੍ਰੋਟੈਸਟ ਹੋਣ ਜਾਂ ਨਗਰ ਕੀਰਤਨਾਂ 'ਚ ਵੀ, ਕਿ ਪਿੰਡਾਂ ਵਾਲੇ ਤੇਰੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ। ਹੁਣ ਜ਼ਾਹਰ ਹੈ ਕਿ ਵੀ ਅਸੀਂ ਖੜੇ ਹਾਂ ਤੇ ਸੋਚ ਆਜ਼ਾਦੀ ਦੀ ਸੀ, ਔਰ ਪਿੰਡਾਂ ਵਾਲੇ ਸੰਤ ਸਿਪਾਹੀ ਜਿਨ੍ਹਾਂ ਸੁੱਤੀ ਕੌਮ ਜਗਾਈ। ਇਹ ਟ੍ਰਿਬਿਊਟ ਹੈ ਕਿ ਵੀ ਉਹ ਸਾਡੇ ਮਹਾਨ ਸੰਤ ਸਿਪਾਹੀ ਨੇ ਜਿਨ੍ਹਾਂ ਨੇ ਗਫਲਤ 'ਚੋਂ ਕੌਮ ਨੂੰ ਜਗਾਇਆ। ਹੁਣ ਬਿਲਕੁਲ ਜੇ ਮੈਂ ਉਹਨਾਂ ਦੇ ਅਖੀਰਲੇ ਜ਼ੁਮਲੇ ਤੋਂ ਗੱਲ ਸ਼ੁਰੂ ਕਰਾਂ ਕਿ ਵੀ ਜਿਹੜੀਆਂ ਸਾਡੀਆਂ ਖਾਲਿਸਤਾਨੀ ਧਿਰਾਂ ਨੇ ਜੀ, ਹਰ ਇੱਕ ਦਾ ਆਪੋ ਆਪਣਾ ਝੰਡਾ ਹੈ ਤੇ ਆਪੋ ਆਪਣਾ ਏਜੰਡਾ ਹੈ। ਬਹੁਤ ਸਾਰੀਆਂ ਦੂਸਰੀਆਂ ਧਿਰਾਂ ਜਿਹੜੀਆਂ ਇਸ ਕਦਰ ਉਲਝੀਆਂ ਹੋਈਆਂ ਨੇ, ਉਹ ਬਾਣੀਆਂ 'ਚ ਲੱਗੇ ਹੋਏ ਨੇ। ਬਾਣੀਆਂ 3 ਨੇ, 5 ਨੇ, 7 ਨੇ। ਕੋਈ ਦਸਮ ਗ੍ਰੰਥ ਦੇ ਉੱਤੇ ਲੱਗਾ ਹੋਇਆ, ਸੈਮੀਨਾਰਾਂ 'ਤੇ ਸੈਮੀਨਾਰ ਹੋ ਰਹੇ ਨੇ, ਕੋਈ ਰਾਗਮਾਲਾ ਦੇ ਉੱਤੇ ਲੱਗਾ ਹੋਇਆ। ਪਿਛਲੇ ਦਿਨਾਂ 'ਚ ਸਾਡਾ ਕਾਲਮ ਖਾਲਿਸਤਾਨ ਕਾਲਿੰਗ ਜਿਹੜਾ ਵੀਕਲੀ ਹੁੰਦਾ ਹੈ, ਉਸ ਦੇ ਉੱਤੇ ਕਿਸੇ ਸੱਜਣ ਨੇ ਕਮੈਂਟ ਲਿਖਿਆ ਸੀ ਕਿ ਜੀ ਇਹ ਤਾਂ 3 ਬਾਣੀਆਂ 5 ਬਾਣੀਆਂ ਤੇ ਫਲਾਣਾ, ਤੇ ਉਹ ਤਾਂ ਕਿਸੇ ਨੇ ਜਵਾਬ ਦਿੱਤਾ। ਉਹਨਾਂ ਨੇ ਕਿਹਾ ਪਹਿਲਾਂ ਤੁਸੀਂ ਆਪਣਾ ਦੱਸੋ ਜੀ, ਜਿਨ੍ਹਾਂ ਪਿੰਡਾਂ ਵਾਲਿਆਂ ਦੇ ਨਾਂ ਨੂੰ ਉਹਨਾਂ ਨੇ ਕਹਿਣ ਦਾ ਇਹ ਯਤਨ ਕੀਤਾ ਜੀ ਇਹ ਤਾਂ ਸਾਰੇ ਪਿੰਡਾਂ ਵਾਲਿਆਂ ਦੇ ਨਾਂ ਲੈ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਦੇ ਨੇ। ਉਹਨਾਂ ਨੇ ਕਿਹਾ ਜੀ ਚਲੋ ਬਾਕੀ ਤਾਂ ਸੇਕਦੇ ਨੇ ਕਿ ਨਹੀਂ ਸੇਕਦੇ, ਪਹਿਲਾਂ ਤੁਸੀਂ ਦੱਸੋ ਵੀ ਤੁਸੀਂ 20 ਸਾਲ ਪੰਥ ਦੇ ਨਾਲ ਕਿਉਂ ਧਰੋ ਕਮਾਇਆ ਝੂਠ ਬੋਲ ਕੇ ਕਿ ਸੰਤ ਪਿੰਡਾਂ ਵਾਲੇ ਚੜ੍ਹਦੀ ਕਲਾ 'ਚ ਨੇ। ਜੀ, ਸੋ ਮੈਂ ਸਮਝਦਾ ਹਾਂ ਵੀ ਇਹ ਡਿਬੇਟ ਅੱਜ ਤਾਂ ਝੰਡੇ, ਏਜੰਡੇ ਔਰ ਇਹ ਜਿਹੜੇ ਇਸ਼ੂ ਡਿਵੀਏਟ ਕਰਨ ਵਾਲੇ ਨੇ, ਹੁਣ ਅਸੀਂ ਇੰਨਾ ਕੁਛ ਕਹਿੰਦੇ ਹਾਂ, ਲਿਖਦੇ ਹਾਂ, ਉਹਦੇ 'ਤੇ ਸ਼ਾਇਦ ਚਲੋ ਥੋੜ੍ਹੇ ਬਹੁਤ ਜਿਹੜੇ ਪੜ੍ਹਦੇ ਨੇ ਉਹਦੇ 'ਤੇ ਕਾਮੈਂਟ ਵੀ ਕਰਦੇ ਨੇ, ਪਰ ਦਾ ਮੋਮੈਂਟ ਤੁਸੀਂ ਕਿਸੇ ਐਸੇ ਸੈਮੀਨਾਰ, ਐਸੇ ਇਕੱਠ 'ਚ ਜਾਣ ਦਾ ਫੈਸਲਾ ਕਰੋ ਜਿਹਦੇ 'ਚ ਆਉਣ ਵਾਲਾ ਕੋਈ ਹੋਰ ਬੰਦਾ ਕਿਸੇ ਨੂੰ ਪਸੰਦ ਨਾ ਹੋਏ ਤੇ ਉਹ ਕਾਲਾਂ ਦੀ ਝੜੀ ਲੱਗ ਜਾਂਦੀ ਹੈ। ਜੀ, ਅੱਛਾ ਡਾਕਟਰ ਸਾਹਿਬ ਤੁਸੀਂ ਜਾ ਰਹੇ ਹੋ, ਉੱਥੇ ਦਾ ਫਲਾਂ ਆ ਰਿਹਾ। ਤੇ ਮੇਰਾ ਇਹ ਹੁੰਦਾ ਹੈ ਕਿ ਭਾਈ ਜੇ ਅਸੀਂ ਅੱਜ ਇਸ ਕਦਰ ਪਹੁੰਚ ਗਏ, ਜਾਂ ਤਾਂ ਸਾਡੇ ਆਪਣੇ ਆਪ ਦੇ ਉੱਤੇ ਅਸੀਂ ਤਾਂ ਜਾਂ ਇਮਾਨਦਾਰੀ ਨਹੀਂ ਪਹਿਲੀ ਗੱਲ, ਤੇ ਜੇ ਅਸੀਂ ਇਮਾਨਦਾਰ ਹੈ ਤੇ ਫਿਰ ਸਾਨੂੰ ਆਪਣੇ ਅਕੀਦੇ 'ਤੇ ਜਾਂ ਆਪਣੇ ਕੌਜ਼ 'ਤੇ ਜਾਂ ਆਪਣੇ ਨਿਸ਼ਾਨੇ ਦੇ ਉੱਤੇ ਇਤਬਾਰ ਨਹੀਂ ਹੈ। ਜੀ, ਤੇ ਜੇ ਉਹਦੇ 'ਤੇ ਵੀ ਇਤਬਾਰ ਹੈ, ਫਿਰ ਜਿਸ ਬੰਦੇ ਨੇ ਝੰਡਾ ਚੁੱਕਿਆ, ਬੰਦੇ ਜਾਂ ਬੀਬੀ ਨੇ, ਸਾਨੂੰ ਉਹਦੇ 'ਤੇ ਇਤਬਾਰ ਨਹੀਂ ਹੈ। ਸਾਨੂੰ ਇਹ ਲੱਗਦਾ ਹੈ ਕਿ ਵੀ ਜੇ ਉਹ ਫਲਾਣੇ ਦੇ ਨਾਲ ਬਹਿ ਗਿਆ ਜਾਂ ਫਲਾਣੇ ਦੇ ਨਾਲ ਉਹ ਕਿਤੇ ਤੁਰੇ ਜਾਂਦੇ ਵੀ ਖਹਿ ਗਿਆ ਜਾਂ ਕਿਤੇ ਅਣਜਾਣਪੁਣੇ 'ਚ ਵੀ ਉਸ ਨੂੰ ਫਤਿਹ ਬੁਲਾ ਦਿੱਤੀ, ਇਹ ਤਾਂ ਰਲੇ ਹੋਏ ਨੇ ਜੀ ਆਪਸ 'ਚ। ਜੀ, ਸੋ ਜਦੋਂ ਇਸ ਕਦਰ ਡਿਸਟਰਸਟ ਦਾ ਮਾਹੌਲ ਕ੍ਰੀਏਟ ਹੋਇਆ ਹੋਏ, ਉਦੋਂ ਕ੍ਰੀਏਸ਼ਨਸ ਨਹੀਂ ਹੁੰਦੀਆਂ, ਉਦੋਂ ਤੁਸੀਂ ਹਰ ਚੀਜ਼ ਸ਼ੱਕ ਦੇ ਦਾਇਰੇ 'ਚ ਦੇਖਦੇ ਹੋ। ਅਸੀਂ ਇਸ ਕਦਰ ਅੱਜ ਇੱਕ ਦੂਜੇ 'ਤੇ ਬੇਇਤਬਾਰੀ ਕੀਤੀ ਹੋਈ ਹੈ। ਇਹੀ ਗੱਲ ਸਾਡੇ ਜਿਹੜੇ ਕੰਟੈਕਟ ਪਰਸਨ ਨੇ TV 84, ਉਹ ਵੀ ਅੱਜ ਗੱਲ ਕਰ ਰਹੇ ਸੀ। ਕਹਿੰਦੇ ਜੀ ਜੇ ਤੁਸੀਂ ਇਹ ਫੇਸਬੁੱਕ ਜਾਂ ਸੋਸ਼ਲ ਨੈਟਵਰਕਿੰਗ 'ਤੇ ਦੇਖੋ, ਇਹਦੇ 'ਚ ਟਾਈਮ ਬਿਤਾਉਣ ਦਾ ਜਾਂ ਲਿਖਣ ਦਾ ਕਮੈਂਟ ਜਾਂ ਕਿਸੇ ਨੂੰ ਕੋਈ ਫਾਇਦਾ ਤਾਂ ਨਹੀਂ ਹੁੰਦਾ। ਉਹੀ ਅੱਗੋਂ ਕੋ ਹੋਰ ਲਿਖ ਦਿੰਦਾ ਵੀ ਇਸੇ ਕੰਮ 'ਚ ਤੁਸੀਂ ਲੱਗੇ ਰਹਿੰਦੇ ਹੋ ਕੋਈ ਮੈਂ ਕਿਹਾ ਜੀ ਬਿਲਕੁਲ। ਮੈਂ ਕਿਹਾ ਰੀਜ਼ਨ ਇਹ ਹੈ ਵੀ ਪੰਜਾਬੀ ਦੇ 2 ਸ਼ਬਦ ਨੇ, ਇੱਕ ਬਹਿਸ ਹੈ ਜੀ, ਇੱਕ ਵਿਚਾਰ ਵਟਾਂਦਰਾ ਹੈ। ਹੁਣ ਬਹਿਸ ਜਿਹੜੀ ਆ ਉਹ ਤਾਂ ਕਦੇ ਕਿਸੇ ਨਤੀਜੇ 'ਤੇ ਨਹੀਂ ਪਹੁੰਚਦੀ। ਤੁਸੀਂ ਸਾਹਮਣੇ ਵੀ ਕਿਸੇ ਨੂੰ ਦੇਖਿਆ ਹੋਏ ਵੀ ਉਹ ਕੋਈ ਗਲਤ ਕਰ ਰਿਹਾ ਜਾਂ ਉਹਨੇ ਨਹੀਂ ਮੰਨਣਾ, ਉਹਨੂੰ ਜਸਟੀਫਾਈ ਕਰੀ ਜਾਣਾ, ਉਹਨੂੰ ਜਿਹਨੂੰ ਕਹਿੰਦੇ ਜੀ ਜ਼ਿੱਦੀ ਜਾਣਾ ਜਾਂ ਮੱਝ ਕਹਿੰਦੇ ਸਿਰ ਅੜਾਈ ਜਾਣਾ। ਜੀ, ਜੀ, ਜੋ ਮਰਜ਼ੀ ਕਰੀ ਜਾਓ, ਉਹਨੇ ਸਿਰ ਅੜਾਈ ਰੱਖਣਾ। ਉਹ ਬਹਿਸ ਹੁੰਦੀ ਹੈ ਕਿਉਂਕਿ ਉਹਦੇ 'ਚ ਕੋਈ ਉਹਨੂੰ ਹੁੰਦਾ ਵੀ ਤੁਸੀਂ ਆਪਣੀ ਗੱਲ ਨਹੀਂ ਛੱਡਣੀ ਹੈ, ਹਿੰਡ ਭਗਾਣੀ। ਜੀ, ਇੱਕ ਵਿਚਾਰ ਵਟਾਂਦਰਾ ਹੁੰਦਾ ਹੈ, ਜਿਸ ਵਿਚਾਰ ਵਟਾਂਦਰੇ ਨੂੰ ਗੁਰੂ ਨਾਨਕ ਸਾਹਿਬ ਨੇ ਇਹਨਾਂ ਸ਼ਬਦਾਂ ਦੇ ਵਿੱਚ ਅਧਿਆਤਮਕ ਦੁਨੀਆ ਦੇ ਵਿੱਚ ਫਰਮਾਇਆ ਕਿ ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀਐ ਕਿਛ ਕਹੀਐ। ਜਦੋਂ ਤੁਸੀਂ ਦੁਨੀਆ 'ਚ ਰਹਿੰਦੇ ਹੋ, ਕੁਝ ਸੁਣਦੇ ਹੋ, ਕੁਝ ਕਹਿੰਦੇ ਹੋ, ਉਹਦੇ 'ਚ ਇੱਕ ਰਿਸਪੈਕਟ ਹੁੰਦਾ ਹੈ। ਜੇ ਕੋਈ ਗੁੱਸਾ ਕਰਦਾ ਉਹਨੂੰ ਵੀ ਤੁਸੀਂ ਕਹਿੰਦੇ ਹੋ ਵੀ ਰੋਸ ਨਾ ਕੀਚੈ ਉੱਤਰ ਦੀਜੇ। ਵੀ ਜੇ ਡਾਇਲੋਗ ਕਰੋ, ਗੁੱਸੇ ਨਾ ਹੋਵੋ, ਉੱਚਾ ਨਾ ਬੋਲੋ, ਕੌੜੇ ਸ਼ਬਦ ਨਾ ਬੋਲੋ। ਲੇਕਿਨ ਇਹ ਪਤਾ ਨਹੀਂ ਇਹ ਜਿਹੜੀ ਜੁਗਤ ਸੀ
ਹੋਏ 71 ਮਿਲੋ ਮੇਰੇ ਭਾਈ ਅਸੀਂ ਪੜ੍ਹ ਦਿੰਦੇ ਹਾਂ। ਜਿਹੜਾ ਸਭ ਤੋਂ ਵੱਡਾ ਫੁੱਟ ਪਾਉਣ ਵਾਲਾ ਹੁੰਦਾ ਹੈ ਉਹ ਸੰਗਤ 'ਚ ਖਲੋ ਕੇ ਕਹਿ ਰਿਹਾ ਹੁੰਦਾ ਸਾਧ ਸੰਗਤ ਜੀ ਹੋਏ 71 ਮਿਲੋ ਮੇਰੇ ਭਾਈ ਦੁਬਦਾ ਦੁਰ ਸਭ ਨੂੰ ਹੁੰਦਾ ਕਹਿੰਦਾ ਇਹ ਪੁਆੜੇ ਦੀ ਜੜ ਹੈ, ਇਹ ਸਭ ਤੋਂ ਉੱਚੀ ਬੋਲ ਰਿਹਾ ਹੋਏ 71 ਮਿਲੋ ਮੇਰੇ ਭਾਈ। ਹੁਣ ਜਦੋਂ ਇਸ ਲੈਵਲ ਦੇ ਉੱਤੇ ਸਾਡਾ ਵਿਹਾਰ ਹੋ ਗਿਆ ਹੈ ਤੇ ਇੱਕ ਅਫਸੋਸ ਕਿ ਸੰਤ ਭਿੰਡਰਾਂਵਾਲੇ ਵਰਗੀ ਸ਼ਖਸੀਅਤ ਉਹਨਾਂ ਨੂੰ ਕੀ ਨਹੀਂ ਕਿਹਾ, ਕਿਉਂਕਿ ਮੈਂ ਤਾਂ 1977 ਜਦੋਂ ਉਹਨਾਂ ਨੇ ਸੇਵਾ ਸੰਭਾਲੀ ਹੈ ਉਦੋਂ ਤੋਂ ਉਹਨਾਂ ਦੀ ਸ਼ਖਸੀਅਤ ਨੂੰ ਥੋੜ੍ਹਾ ਬਹੁਤ ਨੇੜਿਓਂ ਦੇਖਿਆ, ਥੋੜ੍ਹਾ ਬਹੁਤ ਇਤਿਹਾਸ ਦੇ ਪੰਨਿਆਂ ਤੋਂ ਦੇਖਿਆ। ਉਹ ਸਾਰੇ ਘਟਨਾਕ੍ਰਮ ਨੂੰ ਕਿਸੇ ਹੱਦ ਤੱਕ ਉਸ ਦੀ ਅਸੀਂ ਆਪਣੀ ਚਸ਼ਮਦੀਦ ਵਾਲੀ ਸਥਿਤੀ ਵੀ ਰਹੀ ਜੀ। ਸੋ ਇੱਕ ਜਿਹਨੇ ਸਭ ਕੁਝ ਬਦਲਣ ਦੇ ਲਈ ਆਪਣਾ ਸਭ ਕੁਝ ਦਾਅ 'ਤੇ ਲਾਇਆ ਹੋਏ, ਜਿਹੜਾ ਇਸ ਕਦਰ ਦਿਨ ਰਾਤ ਪੰਥ ਦੇ ਪਿਆਰ ਦੇ ਵਿੱਚ ਰੰਗਿਆ ਹੋਇਆ, ਬਾਣੀ ਦੇ ਵਿੱਚ ਰੰਗਿਆ ਹੋਇਆ, ਕੌਮੀ ਆਜ਼ਾਦੀ ਦੇ ਰੰਗ ਵਿੱਚ ਰੰਗਿਆ ਹੋਇਆ, ਉਹਨੂੰ ਤੁਸੀਂ ਕਦੇ ਕੋਈ ਕਾਂਗਰਸੀ ਕਹੋ, ਕਦੇ ਕੋਈ ਅਨਪੜ੍ਹ ਕਹੋ, ਕਦੇ ਕੋਈ ਹੋਰ ਅਪਸ਼ਬਦ ਕੀ ਨਹੀਂ ਕਿਹਾ ਗਿਆ ਉਹਨਾਂ ਨੂੰ ਜੀ। ਲੇਕਿਨ ਹੁਣ ਅੱਜ ਜਿਹੜੇ ਲੋਕ ਮਰਿਆਦਾ ਦਾ ਇਸ਼ੂ ਖੜਾ ਕਰਦੇ ਨੇ, ਕੋਈ ਦਸਮ ਗ੍ਰੰਥ ਦਾ ਕਰਤਾ, ਕੋਈ ਰਾਗਮਾਲਾ ਦਾ ਕਰਤਾ, ਕੋਈ ਸੰਤ ਭਿੰਡਰਾਂਵਾਲਿਆਂ ਵੇਲੇ ਇਸ਼ੂ ਨਹੀਂ ਸੀ ਜਿਵੇਂ ਇਹਨਾਂ ਨੇ ਵੀਰ ਅਮਰੀਕ ਸਿੰਘ ਖਾਲਸਾ ਨੇ ਲਿਖਿਆ, ਇਹ ਸਾਰੇ ਇਸ਼ੂ ਉਦੋਂ ਵੀ ਸੀ। ਪਰ ਉਹਨਾਂ ਦੇ ਸਾਹਮਣੇ ਕੌਮੀ ਆਜ਼ਾਦੀ ਦੀ ਗੱਲ ਸੀ ਕਿ ਬਈ ਇਹ ਗੁਲਾਮੀ ਦੇ ਸੰਗਲ ਕੱਟਣੇ ਨੇ। ਉਹ ਜਦੋਂ ਸਾਨੂੰ ਕੋਈ ਇਹਨਾਂ ਵਿਸ਼ਿਆਂ 'ਚ ਉਲਝਾਉਣਾ ਚਾਹੁੰਦਾ ਹੈ, ਮੈਂ ਦੋ ਹੱਥ ਜੋੜ ਕੇ ਬੇਨਤੀ ਉਹਨਾਂ ਨੂੰ ਕਰਦਾ ਕਹਿੰਦਾ ਕਿ ਭਾਈ ਇਹ ਇਸ਼ੂ ਨਹੀਂ ਨੇ, ਇਹ ਬਹੁਤ ਛੋਟੇ ਇਸ਼ੂ ਨੇ। ਧਰਮਾਂ ਦੀ ਦੁਨੀਆ ਦੇ ਵਿੱਚ ਇਹ ਡਿਬੇਟਸ ਚੱਲਦੀਆਂ ਰਹਿੰਦੀਆਂ, ਕੋਈ ਨਵੀਂ ਅਨੰਦਪੁਰ ਸਾਹਿਬ ਖੁਦਾਈ ਹੋਈ, ਖੂਹ 'ਚੋਂ ਕੋਈ ਨਵਾਂ ਨਿਕਲ ਆਏ, ਕੋਈ ਹਿਸਟੋਰੀਕਲ ਸਰੋਤ, ਬਹੁਤ ਸਾਰੀਆਂ ਧਾਰਨਾਵਾਂ ਬਦਲ ਜਾਣਗੀਆਂ, ਹੋਰ ਸਾਡੇ ਇਤਿਹਾਸਕ ਜਿਹੜੇ ਕੋਈ ਦਸਤਾਵੇਜ਼ ਸਾਹਮਣੇ ਆਉਂਦਾ ਹੈ। ਮੈਂ ਕਿਹਾ ਵੀ ਇਸ ਵੇਲੇ ਤਾਂ ਸਾਡੇ ਲਈ ਫੋਕਸ ਇਹੀ ਹੋਣਾ ਚਾਹੀਦਾ ਹੈ ਕਿ ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤ। ਸਾਡੇ ਕੌਮ ਦੇ, ਸਾਡੇ ਕੋਲ ਆਪਣਾ ਮੁਲਕ ਹੋਏਗਾ, ਸਾਡੇ ਕੌਮ ਦੇ ਵਿਦਵਾਨ, ਸਕਾਲਰ, ਪ੍ਰੋਫੈਸਰ, ਟਕਸਾਲਾਂ, ਜਥੇ, ਬਾਬੇ, ਜੋ ਵੀ ਜਿਨ੍ਹਾਂ ਦੀ ਕੰਟਰੀਬਿਊਸ਼ਨ ਹੈ ਕੌਮ ਦੇ ਲਈ ਜੀ, ਉਹ ਬੈਠ ਜਾਣਗੇ, ਆਪਸ ਦੇ ਵਿੱਚ ਚਰਚਾ ਹੋਏਗੀ, ਨਵੇਂ ਸਬੂਤਾਂ 'ਤੇ ਗੱਲ ਹੋਏਗੀ, ਪੀਸਫੁਲ। ਹੁਣ ਤਾਂ ਅਸੀਂ ਸ਼ਾਊਟਿੰਗ ਕਰ ਰਹੇ ਹੁੰਦੇ, ਜਿਹੜੇ ਸਟਰੀਟ ਫਾਈਟਰ ਨੇ ਉਹਨਾਂ ਦੇ ਵੀ ਕੋਈ ਰੂਲ ਹੁੰਦੇ ਨੇ, ਅਸੀਂ ਕਿਵੇਂ ਨਿੱਜੀ ਕਿਸੇ ਦੇ ਉੱਤੇ ਅਟੈਕ ਕਰਦੇ ਹਾਂ, ਉਹਨਾਂ ਦੇ ਘਰਾਂ ਨੂੰ ਨਹੀਂ ਛੱਡਦੇ। ਇਸ ਕਿਸਮ ਦਾ ਘਟੀਆਪਨ ਜਿਹੜਾ ਗਾਲੀ ਗਲੋਚ ਤੱਕ ਉੱਤਰ ਆਉਂਦੇ। ਸੋ ਉਹਨਾਂ ਨੇ ਉਦਾਹਰਣ ਵੀ ਦਿੱਤੀ ਹੈ ਕਿ ਭਾਈ ਈਵਨ ਸੋਢੀ, ਸੁਰਿੰਦਰ ਸਿੰਘ ਸੋਢੀ, ਜਿਹਨੂੰ ਸੰਤਾਂ ਨੇ ਆਪਣੀ ਸੱਜੀ ਬਾਂਹ ਕਿਹਾ ਜੀ, ਉਹਦਾ ਵੀ ਜੇ ਮਰਡਰ ਕੀਤਾ ਲੌਂਗੋਵਾਲ ਉਹਨਾਂ ਨੇ ਕਰਾਇਆ, ਉਹ ਸੈਕਟਰੀ ਗੁਰਚਰਨ ਸਿੰਘ ਰੱਖਿਆ ਹੁੰਦਾ ਸੀ, ਬਾਅਦ 'ਚ ਉਹਨੂੰ ਸਜ਼ਾ ਯਾਫਤਾ ਵੀ ਕੀਤਾ ਸਿੰਘਾਂ ਨੇ। ਲੇਕਿਨ ਉਸ ਭੜਕਾਹਟ ਦੀ ਮੂਵਮੈਂਟ 'ਚ ਵੀ ਸੰਤਾਂ ਨੇ ਆਪਣੇ ਸਬਰ ਦਾ ਬੰਨ ਨਹੀਂ ਤੋੜਿਆ। ਉਹਨਾਂ ਨੇ ਹਮੇਸ਼ਾ ਹੀ ਹਰ ਇੱਕ ਦੇ ਨਾਲ, ਰਾਈਵਲਸ ਦੇ ਨਾਲ ਵੀ ਜਿਹੜਾ ਉਹਨਾਂ ਨੂੰ ਵੀ ਉਹਨਾਂ ਨੇ ਜਿਹੜਾ ਉਹਨਾਂ ਦਾ ਡਿਊ ਦਿੱਤਾ। ਸੋ ਅਕਾਲੀਆਂ ਦੇ ਉਦੋਂ ਵੀ ਇਲਜ਼ਾਮ ਸੀ, ਉਦੋਂ ਸੰਤਾਂ ਦੀ ਸ਼ਖਸੀਅਤ ਨੂੰ ਸੀ, ਅੱਜ ਖਾਲਿਸਤਾਨੀਆਂ ਦੇ ਉੱਤੇ ਨੇ। ਇਹਨਾਂ ਦੀ ਕਦੇ ਗੱਲ ਸੁਣ ਲਓ, ਅੱਜ ਵੀ ਕਹਿਣਗੇ ਜੀ ਕਾਂਗਰਸ ਨੇ ਭੇਜਿਆ ਸੀ ਸੰਤਾਂ ਨੂੰ, ਇਹ ਸੰਜੇ ਗਾਂਧੀ ਲੈ ਆਇਆ ਸੀ, ਇਹ ਦੂਸਰਾ ਲਿਆ, ਉਹ ਤਾਂ ਸ਼ਹੀਦੀ ਪਾ ਗਏ ਜੀ, ਉਹਨਾਂ ਦਾ ਤਾਂ ਸਾਰਾ ਜਥਾ ਸ਼ਹੀਦ ਹੋ ਗਿਆ ਅਕਾਲ ਤਖਤ ਸਾਹਿਬ ਦੀ ਅਜ਼ਮਤ ਦੇ ਲਈ ਔਰ ਕੌਮੀ ਆਜ਼ਾਦੀ ਦੇ ਲਈ। ਤੇ ਇਹ ਸਾਰੇ ਭਗੌੜੇ ਜਿਹੜੇ ਨੇ ਮੋਦੀ ਦੇ ਰੱਥ 'ਤੇ ਚੜ੍ਹੇ ਹੋਏ ਅੱਜ ਵੀ ਇਹ ਪੰਥਕ ਬਣੇ ਹੋਏ ਨੇ, ਜਿਹਨੂੰ ਮਰਜ਼ੀ ਤੁਸੀਂ ਜਿਹੜਾ ਨੈਗੇਟਿਵ ਕਰੋ। ਸੋ ਇਹੀ ਉਹਨਾਂ ਦਾ ਇਸ਼ੂ ਹੈ। ਮੈਂ ਸਮਝਦਾ ਵੀ ਕਾਸ਼ ਸਾਨੂੰ ਇਹ ਗੱਲ ਸਮਝ ਆਏ ਕਿ ਵੀ ਸਾਡੇ ਲਈ ਕੌਮੀ ਆਜ਼ਾਦੀ ਇਹੀ ਮੇਨ ਫੋਕਸ ਹੋਏ। ਅਮਰੀਕਨਸ ਦੀ ਇੱਕ ਐਕਸਪ੍ਰੈਸ਼ਨ ਹੈ ਕਿ ਵੀ ਐਗਰੀ ਟੂ ਡਿਸਐਗਰੀ ਜੀ, ਕਿ ਅਸੀਂ ਇਸ ਗੱਲ ਲਈ ਸਹਿਮਤ ਹੋਈਏ ਕਿ ਅਸੀਂ ਅਸਹਿਮਤ ਹੋ ਸਕਦੇ ਹਾਂ। ਆਪਸ ਦੇ ਵਿੱਚ ਡਿਸਐਗਰੀਮੈਂਟ ਵੀ ਹੈ, ਚਲੋ ਉਹ ਮੁੱਦੇ ਲੱਭ ਲਓ ਜਿਨ੍ਹਾਂ 'ਤੇ ਐਗਰੀਮੈਂਟ ਹੈ ਜੀ। ਲੇਕਿਨ ਜੇ ਅਸੀਂ ਮਿੱਥਿਆ ਹੀ ਇਹ ਹੋਇਆ ਵੀ ਅਸੀਂ ਤੀਲਾ ਤੀਲਾ ਕਰਨਾ, ਅਸੀਂ ਜਿਹੜਾ ਲੜਨਾ ਭਿੜਨਾ ਤੇ ਹਾਸਲ ਕੁਛ ਨਹੀਂ ਕਰਨਾ, ਜੇ ਐਟੀਟਿਊਡ ਇਹੀ ਰੱਖਣਾ ਫਿਰ ਤਾਂ ਸਤਿਗੁਰੂ ਹੀ ਰੱਖ ਹੈ। ਸੋ ਇਹਨਾਂ ਦਾ ਵੀਰ ਅਮਰੀਕ ਸਿੰਘ ਖਾਲਸਾ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਡਾਕਟਰ ਸਾਹਿਬ ਨਾਲ ਲੈਣੇ ਬ੍ਰੇਕ। ਵੀਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।